ਦਾ ਪੰਜਾਬ ਟਾਕਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਬੜੇ ਅਦਬ ਨਾਲ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਅਕਸਰ ਆਪਾਂ ਗੁਰਮਤਿ ਸੰਗੀਤ ਬਾਰੇ ਗੱਲ ਕਰਦੇ ਰਹਿੰਦੇ ਹਾਂ ਤੁਹਾਡੇ ਨਾਲ ਵੱਖ-ਵੱਖ ਐਪੀਸੋਡ ਦੇ ਰਾਹੀਂ। ਅੱਜ ਗੁਰਮਤਿ ਸੰਗੀਤ ਦੇ ਦੋ ਅਨਮੋਲ ਰਤਨਾਂ ਦੀ, ਹੀਰਿਆਂ ਦੀ, ਨਾਯਾਬ ਸ਼ਖਸੀਅਤਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ, ਜਿਨ੍ਹਾਂ ਦੀ ਗੁਰਮਤਿ ਸੰਗੀਤ ਪ੍ਰਤੀ ਬਹੁਤ ਮਹਾਨ ਦੇਣ ਹੈ, ਸੁਨਹਿਰੀ ਅੱਖਰਾਂ ਵਿੱਚ ਲਿਖਣਯੋਗ ਹੈ ਉਹ ਦੇਣ, ਕੰਟਰੀਬਿਊਸ਼ਨ। ਉਹਨਾਂ ਵਿੱਚੋਂ ਇੱਕ ਸ਼ਖਸੀਅਤ ਸਾਡੇ ਦਰਮਿਆਨ ਨਹੀਂ, ਦੂਜੀ ਸ਼ਖਸੀਅਤ ਹਾਲੇ ਚੜ੍ਹਦੀ ਕਲਾ ਵਿੱਚ ਵਿਚਰ ਕੇ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਸੇਵਾਵਾਂ ਨਿਭਾ ਰਹੀ ਹੈ। ਤੋ ਪਹਿਲਾਂ ਇਹਨਾਂ ਦੇ ਨਾਂ ਤੁਹਾਨੂੰ ਦੱਸਦੇ ਹਾਂ। ਗੁਰਮਤਿ ਸੰਗੀਤ ਦੇ ਦੋ ਅਨਮੋਲ ਹੀਰੇ ਜਿਹੜੇ ਨੇ, ਪਹਿਲਾਂ ਤਾਂ ਗੱਲ ਕਰਾਂਗੇ ਬਹੁਤ ਵੱਡੀ ਸ਼ਖਸੀਅਤ, ਸੱਚਖੰਡ ਵਾਸੀ ਬੀਬੀ ਜਸਬੀਰ ਕੌਰ ਖਾਲਸਾ ਲੁਧਿਆਣੇ ਵਾਲੇ, ਜਿਹੜੇ 2011 ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਗਏ। ਮੇਰਾ ਜ਼ਾਤੀ ਤੌਰ 'ਤੇ ਉਹਨਾਂ ਨਾਲ ਬਹੁਤ ਪਿਆਰ ਰਿਹਾ, ਭਰਾਵਾਂ ਵਾਲਾ, ਉਹ ਮੈਂ ਦੱਸਾਂਗਾ ਅੱਗੇ ਚੱਲ ਕੇ। ਅਤੇ ਦੂਸਰੇ ਮੇਰੇ ਬਹੁਤ ਬਰਖੁਰਦਾਰ ਅਤੇ ਅਜ਼ੀਜ਼, ਬੜੇ ਮਿਠਵੋਰੜੇ ਅਤੇ ਬੀਬੀ ਜੀ ਦੇ ਸਾਥੀ, ਬੀਬੀ ਜਸਬੀਰ ਕੌਰ ਜੀ ਦੇ ਹੀ ਪੱਕੇ ਸਾਥੀ, ਉਹਨਾਂ ਦੇ ਬਰਖੁਰਦਾਰ, ਉਹਨਾਂ ਦੇ ਲਾਡਲਿਆਂ ਵਰਗੇ ਵੀ, ਅਤੇ ਜਿਨ੍ਹਾਂ ਤੋਂ ਉਹਨਾਂ ਨੂੰ ਬਹੁਤ ਪਿਆਰ ਮਿਲਿਆ, ਚੜ੍ਹਦੀ ਉਮਰੇ ਹੀ ਉਹਨਾਂ ਦੇ ਨਾਲ ਉਹ ਜੁੜ ਗਏ ਅਤੇ ਉਹਨਾਂ ਨੇ ਬਹੁਤ ਸੇਵਾ ਲਈ। ਇਸੇ ਕਰਕੇ ਉਹ ਸੇਵਾ ਹੁਣ ਨਿਭਾ ਰਹੇ ਆ। ਮੇਰੀ ਮੁਰਾਦ ਹੈ ਸਰਦਾਰ ਜਸਬੀਰ ਸਿੰਘ ਜਵੱਦੀ ਕਲਾਂ, ਜਿਹੜੇ ਇਸ ਵੇਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਵਿੱਚ ਇੱਕ ਅਹੁਦੇ 'ਤੇ ਕੰਮ ਕਰ ਰਹੇ ਨੇ। ਔਰ ਡਾਕਟਰ ਗੁਰਨਾਮ ਸਿੰਘ ਜਿਹੜੇ ਮਹਾਰਥੀ ਨੇ, ਉਹਨਾਂ ਨੇ ਇਸ ਹੀਰੇ ਨੂੰ ਪਛਾਣਿਆ ਸੀ ਅਤੇ ਉਹਨਾਂ ਨੇ ਫਿਰ ਉਹਨਾਂ ਦੀਆਂ ਸੇਵਾਵਾਂ ਉੱਥੇ ਲੈਣ ਦਾ ਫੈਸਲਾ ਕੀਤਾ। ਉਹ ਇਸ ਵੇਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਨੇ। ਹੁਣ ਸਭ ਤੋਂ ਪਹਿਲਾਂ ਗੱਲ ਕਰਾਂ ਮੈਂ ਬੀਬੀ ਜਸਬੀਰ ਕੌਰ ਜੀ ਦੀ। ਬੀਬੀ ਜਸਬੀਰ ਕੌਰ ਜੀ ਦਾ ਜਨਮ 5 ਜੁਲਾਈ 1947 ਨੂੰ ਪਿਤਾ ਸਰਦਾਰ ਮਹਿੰਦਰ ਸਿੰਘ ਅਤੇ ਮਾਤਾ ਨਰਿੰਦਰ ਕੌਰ ਜੀ ਦੀ ਕੁੱਖੋਂ ਹੋਇਆ। ਮੁੱਢਲੀ ਪੜ੍ਹਾਈ, ਸਕੂਲੀ ਪੜ੍ਹਾਈ ਪੜ੍ਹਨ ਵਿੱਚ ਬੜੇ ਤੇਜ਼ ਤਰਾਰ ਸਨ, ਹੁਸ਼ਿਆਰ ਸਨ। ਮੁੱਢਲੀ ਪੜ੍ਹਾਈ ਸਕੂਲ ਦੀ ਪੂਰੀ ਕਰਨ ਤੋਂ ਬਾਅਦ ਉਚੇਰੀ ਵਿੱਦਿਆ ਘਰਦਿਆਂ ਨੇ ਦਿਵਾਉਣ ਦਾ ਫੈਸਲਾ ਕੀਤਾ ਅਤੇ ਕਾਲਜ ਵਿੱਚ ਦਾਖਲ ਕਰਵਾਤਾ। ਉਹਨਾਂ ਨੇ ਫਿਰ ਜਿਹੜੀ ਗ੍ਰੈਜੂਏਸ਼ਨ ਸੀ ਉਹ BSc ਮੈਡੀਕਲ ਨਾਲ ਕੀਤੀ। ਉਸ ਤੋਂ ਬਾਅਦ ਫਿਰ ਉਹਨਾਂ ਨੇ MA ਕੀਤੀ, ਪੋਸਟ ਗ੍ਰੈਜੂਏਸ਼ਨ। ਉਹਨਾਂ ਦਾ ਵਿਸ਼ਾ ਸੀ, ਸਬਜੈਕਟ ਸੀ, ਜਿਹੜਾ ਮਜ਼ਮੂਨ ਸੀ, ਉਹ ਸੀ ਧਰਮ ਅਧਿਐਨ, ਯਾਨੀ ਥੀਓਲੋਜੀ, ਜਿਹਨੂੰ ਅੰਗਰੇਜ਼ੀ ਕਹਿੰਦੇ ਆ। ਧਾਰਮਿਕ ਖੇਤਰ ਦੇ ਵਿੱਚ ਉਹਨਾਂ ਨੇ ਗੁਰਮਤਿ ਦੇ ਉੱਤੇ ਜਿਹੜੀ ਸੀ ਉਹ ਆਪਣੀ ਡਿਗਰੀ ਪੋਸਟ ਗ੍ਰੈਜੂਏਸ਼ਨ ਦੀ ਕੀਤੀ ਅਤੇ ਇਸ ਤਰ੍ਹਾਂ ਉਚੇਰੀ ਤਾਲੀਮ ਯਾਫਤਾ, ਰੋਸ਼ਨ ਦਿਮਾਗ ਹੋ ਕੇ ਫਿਰ ਉਹਨਾਂ ਨੇ ਧਾਰਮਿਕ ਖੇਤਰ ਵਿੱਚ, ਸਮਾਜਿਕ ਖੇਤਰ ਵਿੱਚ ਲੋਕਾਂ ਨੂੰ ਚੰਗੇ ਰਾਹੇ ਪਾਉਣ ਵਾਲੇ ਖੇਤਰ ਵਿੱਚ ਨਵੀਆਂ ਪੈੜਾਂ ਪਾਉਣ ਦਾ ਫੈਸਲਾ ਕੀਤਾ। ਅਤੇ ਪਹਿਲਾ ਕਦਮ, ਜਦੋਂ ਕਹਿੰਦੇ ਨਾ ਪਹਿਲਾ ਕਦਮ ਤਾਂ ਆਪ ਹੀ ਚੁੱਕਣਾ ਪੈਂਦਾ ਹੈ, ਫਿਰ ਮੰਜ਼ਿਲ ਵੱਲ, ਚਾਹੇ ਮੰਜ਼ਿਲ ਕਿੱਡੀ ਲੰਮੀ ਹੋਵੇ। ਉਹਨਾਂ ਨੇ ਬੜੀਆਂ ਲੰਮੀਆਂ ਵਾਟਾਂ ਤੈਅ ਕੀਤੀਆਂ, ਪਰ ਸਫ਼ਰ ਹਮੇਸ਼ਾ ਪਹਿਲੇ ਕਦਮ ਨਾਲ ਹੀ ਸ਼ੁਰੂ ਹੁੰਦਾ ਹੈ। ਪਹਿਲਾ ਕਦਮ ਜਦੋਂ ਤੁਸੀਂ ਚੁੱਕਦੇ ਹੋ ਤਾਂ ਮੰਜ਼ਿਲ ਤੁਹਾਡੇ ਫਿਰ ਲਾਗੇ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਬੀਬੀ ਜੀ ਨੇ ਫਿਰ ਤਾਲੀਮ ਲੈਣ ਤੋਂ ਬਾਅਦ, ਕਿਉਂਕਿ ਮਾਹੌਲ ਘਰ ਦਾ ਧਾਰਮਿਕ ਸੀ, ਗੁਰੂ ਘਰ ਨਾਲ ਜੁੜਿਆ ਹੋਇਆ, ਵਰਸਾਇਆ ਹੋਇਆ ਗੁਰੂ ਤੋਂ ਪਰਿਵਾਰ ਸੀ, ਇਸ ਕਰਕੇ ਧਰਮ ਵੱਲ ਤਾਂ ਉਹ ਪਹਿਲਾਂ ਤੋਂ ਸਿੱਖੀ ਉਹਨਾਂ ਦੇ ਘਰ ਵਿੱਚ ਸੀ ਅਤੇ ਉਹਨਾਂ ਨੇ ਅੰਮ੍ਰਿਤਪਾਨ ਕੀਤਾ ਆਪਣੀ ਜਵਾਨੀ ਵਿੱਚ ਹੀ ਅਤੇ ਧਰਮ ਕਾਰਜਾਂ ਵਿੱਚ ਉਹਨਾਂ ਨੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਮੇਲ ਮੇਰੇ ਨਾਲ ਵੀ, ਅਤੇ ਮੈਂ ਆਪਣੇ ਆਪ ਨੂੰ ਵਿੱਚ ਰੱਖ ਕੇ ਗੱਲ ਕਰਾਂਗਾ ਕਿਉਂਕਿ ਮੈਂ ਹਰ ਘਟਨਾ ਦਾ ਚਸ਼ਮਦੀਦ ਗਵਾਹ ਹਾਂ। ਸਾਡਾ ਜਿਹੜਾ ਮੇਲ ਸੀ, ਉਹਨਾਂ ਦਾ ਮੇਲ, ਜਦੋਂ ਸੰਤ ਸੁੱਚਾ ਸਿੰਘ ਜੀ ਆਪਣੇ ਪਿੰਡੋਂ ਆ ਕੇ ਜਵੱਦੀ ਕਲਾਂ, ਜਿਹੜਾ
ਖੇਤੀਬਾੜੀ ਯੂਨੀਵਰਸਿਟੀ ਤੋਂ ਪਾਰ, ਨਹਿਰ ਤੋਂ ਪਾਰ ਪਿੰਡ ਹੈ। ਉਦੋਂ ਤਾਂ ਛੋਟਾ ਪਿੰਡ ਸੀ, ਹੁਣ ਬਹੁਤ ਵੱਡਾ ਹੋ ਗਿਆ, ਉਹ ਸ਼ਹਿਰ ਵਿੱਚ ਹੀ ਆ ਗਿਆ। ਘੁੱਗਵਾਸਤਾ ਪਿੰਡ ਹੈ, ਉੱਥੇ ਆਣ ਕੇ ਡੇਰਾ ਲਾਇਆ ਅਤੇ ਉੱਥੇ ਨਿਸ਼ਾਨਦੇਹੀ ਹੋਈ ਕਿ ਇੱਥੇ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਆਏ ਨੇ। ਇਤਿਹਾਸ ਨੇ ਇਹਦੀ ਪੁਸ਼ਟੀ ਕੀਤੀ ਅਤੇ ਉਹਨਾਂ ਦਾ ਬੀਬੀ ਜਸਵੀਰ ਕੌਰ ਜੀ ਦਾ ਮੇਲ ਉੱਥੇ ਸੰਤ ਸੁੱਚਾ ਸਿੰਘ ਜੀ ਨਾਲ ਪਹਿਲੀ ਵਾਰ ਹੋਇਆ। ਅਤੇ ਸੰਤ ਸੁੱਚਾ ਸਿੰਘ ਜੀ ਬੜੇ ਦਰਵੇਸ਼ ਪੁਰਸ਼ ਸਨ। ਉਹਨਾਂ ਦੇ ਮਨ ਵਿੱਚ ਬਹੁਤ ਸਾਰੀਆਂ ਉਮੰਗਾਂ ਸਨ ਔਰ ਕੁਝ ਅਜਿਹਾ ਕਰ ਗੁਜ਼ਰਨ ਦੀ ਚਾਹਤ ਸੀ ਕਿ ਜਿਹਨੂੰ ਦੁਨੀਆ ਵਰ੍ਹਿਆਂ ਤੱਕ, ਸਦੀਆਂ ਤੱਕ ਯਾਦ ਰੱਖੇ। ਔਰ ਵਾਕਈ ਐਸਾ ਕਾਰਜ ਕਰ ਗਏ। ਉਸ ਕਾਰਜ ਨੂੰ, ਉਹ ਕਾਰਜ ਕੀ ਸੀ ਕਿ ਸਾਰੀ ਗੁਰਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ, ਤੁਰਕੀ ਬਾਣੀ, ਇਲਾਹੀ ਬਾਣੀ, ਦਰਗਾਹੀ ਬਾਣੀ, ਇਹ ਰਾਗਬੱਧ ਹੈ। 31 ਰਾਗਾਂ ਵਿੱਚ ਹੈ। 31 ਰਾਗ ਨੇ ਮੇਨ, 31 ਰਾਗ ਨੇ ਮਿਸ਼ਰਤ ਰਾਗ। ਅਤੇ ਇਸ ਤਰ੍ਹਾਂ ਇਹ ਬਣਦੇ ਨੇ 62 ਰਾਗ। ਅਤੇ ਇਹਨਾਂ ਰਾਗਾਂ ਵਿੱਚ ਜਿਹੜਾ ਗੁਰਬਾਣੀ ਦਾ ਕੀਰਤਨ ਹੋਣਾ ਚਾਹੀਦਾ ਸੰਗੀਤਕ ਵਿਧੀ ਨਾਲ ਔਰ ਤੰਤੀ ਸਾਜ਼ਾਂ ਨਾਲ, ਤਾਰ ਦੇ ਸਾਜ਼, ਕਿਉਂਕਿ ਪਿੱਛੇ ਰਾਗਮਾਲਾ ਵਿੱਚ ਤੋਂ ਕਹਿੰਦੇ ਗਾਇਨ ਤਾਰ ਮਿਲਾਵਹੀ, ਕਿ ਤਾਰਾਂ ਨੂੰ, ਤਾਰ ਦੇ ਸਾਜ਼ਾਂ ਨੂੰ ਸੁਰ ਕਰਕੇ ਗੁਰਬਾਣੀ ਦਾ ਕੀਰਤਨ ਹੋਣਾ ਚਾਹੀਦਾ। ਉਹਦਾ ਕਿਉਂਕਿ ਪਹਿਲਾਂ ਤੰਤੀ ਸਾਜ਼ਾਂ ਨਾਲ ਹੀ ਭਾਈ ਮਰਦਾਨਾ ਜੀ ਨੇ ਰਬਾਬ ਦੇ ਨਾਲ ਸੰਗਤ ਕੀਤੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜਗਤ ਗੁਰੂ ਨਾਲ। ਫਿਰ ਗੁਰੂ ਅਰਜਨ ਦੇਵ ਜੀ ਨੇ ਸਰੰਦੇ ਸਾਜ਼ ਨਾਲ ਕੀਰਤਨ ਕੀਤਾ। ਰਬਾਬੀ ਜਿੰਨੇ ਸਨ ਪਾਕਿਸਤਾਨ ਵੰਡ ਵੇਲੇ ਤੱਕ, ਉਹ ਹਰਿਮੰਦਰ ਸਾਹਿਬ 'ਚ ਕੀਰਤਨ ਕਰਦੇ ਸਨ। 2 ਦਰਜਨ ਤੋਂ ਉੱਤੇ ਜਥੇ, ਉਹ ਸਾਰੇ ਤੰਤੀ ਸਾਜ਼ਾਂ ਨਾਲ, ਤਾਊਸ ਨਾਲ, ਦਿਲਰਬਾ ਨਾਲ, ਸਰੰਦੇ ਨਾਲ ਅਤੇ ਰਬਾਬ ਨਾਲ ਕੀਰਤਨ ਕਰਦੇ ਸਨ। ਇੱਥੋਂ ਹੀ ਸ਼ਬਦ ਬਣਿਆ ਰਬਾਬੀ। ਉਹ ਪਰੰਪਰਾ ਇੱਕ ਬਹੁਤ ਵੱਡੀ ਪਰੰਪਰਾ ਹੈ, ਮਾਣਮੱਤੀ। ਉਹ ਹੁਣ ਵੀ ਚੱਲ ਰਹੀ ਹੈ ਪਰੰਪਰਾ। ਪਾਕਿਸਤਾਨ 'ਚ ਵੀ ਕੁਝ ਜਥੇ ਰਬਾਬੀਆਂ ਦੇ ਹੈਗੇ ਨੇ। ਤੋ ਬੀਬੀ ਜਸਵੀਰ ਕੌਰ ਜੀ ਦਾ ਮਿਲਣਾ ਇੱਕ ਵਿਚਾਰਧਾਰਾ ਦਾ ਸੁਮੇਲ ਸੀ। ਸੰਤ ਸੁੱਚਾ ਸਿੰਘ ਦੇ ਮਨ ਵਿੱਚ ਸੀ ਕਿ ਇੱਕ ਇਹੋ ਜਿਹਾ ਗੁਰਮਤਿ ਸੰਗੀਤ ਸੰਮੇਲਨ ਸ਼ੁਰੂ ਕੀਤਾ ਜਾਵੇ, ਜਿਵੇਂ ਜਲੰਧਰ ਵਿੱਚ ਹਰ ਸਾਲ ਬਹੁਤ ਪੁਰਾਣੇ ਸਮੇਂ ਤੋਂ ਬਾਬਾ ਹਰੇਬਲ ਸੰਗੀਤ ਸੰਮੇਲਨ ਹੁੰਦਾ ਆ ਰਿਹਾ, ਕਲਾਸੀਕਲ ਦਾ, ਨਵੰਬਰ ਦੇ ਐਂਡ 'ਚ ਹੁੰਦਾ ਹੈ ਹਰ ਸਾਲ, ਦਸੰਬਰ ਦੇ ਐਂਡ 'ਚ, ਜਦੋਂ ਸਾਲ ਖਤਮ ਹੋਣਾ ਹੁੰਦਾ 30-31 ਤੇ ਪਹਿਲੀ, ਯਾਨੀ 30 ਦਸੰਬਰ, 31 ਦਸੰਬਰ ਤੇ 1 ਜਨਵਰੀ, ਕਈ ਵਾਰੀ 28, 29, 30 ਨੂੰ ਵੀ, 29, 30, 31 ਨੂੰ ਵੀ ਹੁੰਦਾ। ਇਸ ਤਰ੍ਹਾਂ 3 ਦਿਨ। ਸੰਤ ਸੁੱਚਾ ਸਿੰਘ ਜੀ ਨੇ ਫਿਰ ਇਹ ਉਹਨਾਂ ਦੇ ਮਨ 'ਚ ਵਿਚਾਰ ਆਇਆ ਕਿ ਕਿਉਂ ਨਾ ਇਸ ਤਰੀਕੇ ਦਾ, ਕਿਉਂਕਿ ਜਿਹੜਾ ਸਿੱਖਾਂ ਕੋਲ ਸੰਗੀਤ ਹੈ ਗੁਰੂ ਸਾਹਿਬ ਨੇ ਬਖਸ਼ਿਆ ਹੋਇਆ, ਇਹਦੇ ਨਾਲ ਦਾ ਇਲਾਹੀ ਸਰੋਦੀ ਅਤੇ ਮਨਾਂ ਨੂੰ ਅਤੇ ਰੂਹਾਂ ਨੂੰ ਟੁੰਬਣ ਵਾਲਾ, ਸਰਸ਼ਾਰ ਕਰਨ ਵਾਲਾ ਸੰਗੀਤ ਦੁਨੀਆ ਵਿੱਚ ਕਿਸੇ ਕੋਲ ਹੈ ਨਹੀਂ, ਕਿਸੇ ਕੌਮ ਕੋਲ ਹੈ ਨਹੀਂ। ਇੰਨੀ ਵੈਰਾਇਟੀ, ਇੰਨੀ ਵਿਵਿਧਤਾ, ਇੰਨਾ ਉਚੇਰਾਪਨ, ਇੰਨੀਆਂ ਸਿਖਰਾਂ ਅਧਿਆਤਮਿਕ ਮੰਡਲਾਂ ਦੀਆਂ ਛੂਹਣ ਦੀ ਕਿਸੇ ਵੀ ਸੰਗੀਤ ਵਿੱਚ ਵਿਵਸਥਾ ਨਹੀਂ, ਜਿਹੜੀ ਗੁਰੂ ਸਾਹਿਬ ਬਖਸ਼ਿਸ਼ ਕਰ ਗਏ। ਜਿਸ ਸੰਗੀਤ ਵਿੱਚ ਗੌੜੀ ਰਾਗ ਦੇ 8, 9, 10 ਪ੍ਰਕਾਰ ਹੋਣ, ਇਹਦੇ ਬਾਰੇ ਵਿਦਵਾਨਾਂ ਦੀ ਵੱਖ ਵੱਖ ਰਾਏ ਹੈ। ਜਿਸ ਸੰਗੀਤ ਨੇ ਭਾਰਤੀ ਸੰਗੀਤ ਨੂੰ ਮਾਝ ਵਰਗਾ ਇੱਕ ਵਿਲੱਖਣ ਰਾਗ ਦਿੱਤਾ ਹੋਵੇ, ਅਤੇ ਜਿਹੜਾ ਨਾ ਉੱਤਰੀ ਭਾਰਤ ਵਿੱਚ ਹੈ ਨਾ ਦੱਖਣੀ ਭਾਰਤ ਵਿੱਚ ਹੈ, ਇਹਨਾਂ ਸਾਰੀਆਂ ਗੱਲਾਂ ਨੂੰ ਵਿਚਾਰਿਆ ਫਿਰ ਦੋਨਾਂ ਨੇ। ਅਤੇ ਸੰਤ ਸੁੱਚਾ ਸਿੰਘ ਜੀ ਨੇ ਫਿਰ ਫੈਸਲਾ ਕੀਤਾ। ਭਾਈ ਬਖਸ਼ੀਸ਼ ਸਿੰਘ ਜੀ ਸੱਚਖੰਡ ਵਾਸੀ, ਉਹਨਾਂ ਦੇ ਬੜੇ ਆਸ਼ਿਕ ਸਨ ਉਹਨਾਂ ਦੇ ਕੀਰਤਨ ਦੇ। ਮੈਨੂੰ ਉਹਨਾਂ ਨੇ ਦੱਸਿਆ, ਜਦੋਂ ਮੇਰੀ ਪਹਿਲੀ ਮੁਲਾਕਾਤ ਹੋਈ, ਬਹੁਤ ਪਿਆਰ ਨਾਲ ਮਿਲੇ, ਅਸੀਸ ਦਿੱਤੀ ਅਤੇ ਮੈਨੂੰ ਦੱਸਿਆ, ਅਤੇ ਥੋੜ੍ਹੇ ਜਿਹੇ ਉਹਨਾਂ ਦੇ ਨੇਚਰ ਸਿਜਲ ਵੀ ਹੋ ਗਏ। ਕਹਿੰਦੇ ਮੈਂ ਭਾਈ ਬਖਸ਼ੀਸ਼ ਸਿੰਘ ਹੋਰਾਂ ਵੱਲੋਂ ਗਾਇਨ ਕੀਤੇ ਜਾਂਦੇ ਕੀਰਤਨ, ਬਾਕੀ ਰਾਗੀ ਵੀ ਸਾਰੇ ਭਲੋ ਭਲੋ ਦੇ ਕੀਰਤਨੀਆਂ ਦੇ ਮੁਤਾਬਕ ਮੁਬਾਰਕ ਨੇ, ਪਰ ਭਾਈ ਬਖਸ਼ੀਸ਼ ਸਿੰਘ ਦਾ ਕੀਰਤਨ ਮੈਨੂੰ ਬਹੁਤ ਟੁੰਬਦਾ ਸੀ। ਅਤੇ ਮੈਂ ਇਹ ਮਨ ਵਿੱਚ ਨਿਸ਼ਚਾ ਕੀਤਾ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ, ਉਹ ਵੀ ਸ਼ਾਮਿਲ ਹੋਣ ਅਤੇ ਇੱਕ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਸ਼ੁਰੂ ਕੀਤਾ ਜਾਵੇ, ਜਿਹੜਾ ਹਰ ਸਾਲ ਹੋਵੇ, ਜਿਵੇਂ ਹਰਬਲ ਦਾ ਮੇਲਾ ਹੁੰਦਾ। ਅਤੇ ਕਹਿੰਦੇ ਅੱਜ ਜਦੋਂ ਮੈਂ ਕਰ ਰਿਹਾ, ਇਹ ਹੈ ਗੱਲ 1991 ਦੀ, 1991 ਦੀ। ਅੱਜ ਜਦੋਂ ਮੈਂ ਕਰ ਰਿਹਾ ਅਤੇ ਅਫਸੋਸ ਕਿ ਭਾਈ ਬਖਸ਼ੀਸ਼ ਸਿੰਘ ਸਰੀਰਕ ਤੌਰ 'ਤੇ ਸਾਡੇ ਦਰਮਿਆਨ ਨਹੀਂ। ਇਹਨਾਂ ਕਹਿ ਕੇ
ਉਹ ਥੋੜ੍ਹੇ ਜਿਹਾ ਭਾਵੁਕ ਹੋ ਗਏ ਅਤੇ ਚੁੱਪ ਕਰ ਗਏ ਕੁਝ ਸਕਿੰਟਾਂ ਲਈ। ਬੀਬੀ ਜਸਵੀਰ ਕੌਰ ਜੀ ਉਦੋਂ ਸਾਡੇ ਕੋਲ ਅਸੀਂ ਤਿੰਨੇ ਬੈਠੇ ਸੀ। ਫਿਰ ਉਸਤਾਦ ਜਸਵੰਤ ਸਿੰਘ ਜੀ ਭੰਮਰਾ ਵੀ ਆ ਗਏ ਉੱਥੇ, ਜਿਹੜੇ ਬਹੁਤ ਵੱਡੇ, ਇਹ ਨਾਲ ਆਲ ਇੰਡੀਆ ਰੇਡੀਓ ਤੋਂ ਦਿੱਲੀ ਤੋਂ ਮੇਰੇ ਕੁਲੀਗ ਦਰਸ਼ਨ ਸਿੰਘ ਸੰਧੂ, ਅਸੀਂ ਪੰਜੇ ਇਕੱਤਰ ਹੋ ਗਏ, ਬੈਠ ਗਏ, ਵਿਚਾਰਾਂ ਕੀਤੀਆਂ। ਤਾਰੀਖ ਰੱਖ ਦਿੱਤੀ ਸੀ ਸੰਤਾਂ ਨੇ ਕਿ ਪਹਿਲਾਂ ਤਾਂ ਬੀਬੀ ਜਸਵੀਰ ਕੌਰ ਜੀ ਨੇ ਸੰਤਾਂ ਨੂੰ ਪ੍ਰੇਰਿਆ ਕਿ ਇੱਥੇ ਗੁਰਸਥਾਨ ਬਣਾਇਆ ਜਾਵੇ। ਛੋਟਾ ਜਿਹਾ ਗੁਰਸਥਾਨ ਬਣਿਆ, ਜਿਹੜਾ ਹੁਣ ਇਸ ਵੇਲੇ ਦੀ ਇਮਾਰਤ ਜਿਹੜੀ ਹੈ ਉਹ ਸੰਗਮਰਮਰ ਦੀ ਬਣੀ ਹੋਈ ਦੂਧੀਆ ਇਮਾਰਤ ਵੇਖਣਯੋਗ ਹੈ। ਅਤੇ ਦੀਵਾਨ ਹਾਲ ਹੈ, ਲਾਇਬ੍ਰੇਰੀ ਹੈ, ਬਹੁਤ ਕੁਝ ਹੈ, ਵਿਦਿਆਰਥੀਆਂ ਦੀ ਹੋਸਟਲ ਹੈ, ਔਨਲਾਈਨ ਕੰਮ ਬਹੁਤ ਹੋ ਰਿਹਾ, ਪ੍ਰਕਾਸ਼ਨਾਵਾਂ ਬਹੁਤ ਹੋ ਰਹੀਆਂ ਨੇ। ਇਹਦੇ ਸਾਰੇ ਪਿੱਛੇ ਸੰਤ ਸੁੱਚਾ ਸਿੰਘ ਦੀ ਸੋਚ ਅਤੇ ਬੀਬੀ ਜਸਵੀਰ ਕੌਰ ਜੀ ਅਤੇ ਬਰਖੁਰਦਾਰ ਜਸਬੀਰ ਸਿੰਘ ਜਵੱਦੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਅਤੇ ਮੈਂ ਜਦੋਂ ਗਿਆ 1991 ਵਿੱਚ, ਫਿਰ ਸੰਤ ਸੁੱਚਾ ਸਿੰਘ ਜੀ ਕਹਿਣ ਲੱਗੇ ਕਿ ਢਿੱਲੋਂ ਜੀ ਤੁਸੀਂ 2 ਦਿਨ ਸਟੇਜ ਦੀ ਸੇਵਾ ਕਰਨੀ ਹੈ। ਮੈਂ ਕਿਹਾ ਸਤਿਵਚਨ ਜੀ ਧੰਨ ਭਾਗ ਹੈ, ਇਦੋਂ ਵੱਡੀ। ਉਦੋਂ ਮੈਂ ਦੂਰਦਰਸ਼ਨ 'ਚ ਹੁੰਦਾ ਸੀ, ਖਬਰਾਂ ਪੜ੍ਹਦਾ। ਮੈਂ ਛੁੱਟੀ ਲੈ ਲਈ। ਜਦੋਂ 2 ਦਿਨ ਹੋ ਗਏ, ਬਾਬਾ ਠਾਕਰ ਸਿੰਘ ਜੀ ਟਕਸਾਲ ਦੇ ਮੁਖੀ ਸਨ, ਦਮਦਮੀ ਟਕਸਾਲ ਦੇ, ਉਹਨਾਂ ਨੇ ਪਾਰ ਕਿਰਪਾ ਕੀਤੀ ਅਤੇ ਬਾਬਾ ਸਰਬਜੋਤ ਸਿੰਘ ਜੀ ਬੇਦੀ, ਜਿਹੜੇ ਗੁਰੂ ਨਾਨਕ ਸਾਹਿਬ ਦੀ 17ਵੀਂ ਸੰਤਾਨ 'ਚੋਂ ਨੇ, ਪੂਜਨੀਕ, ਬਾਬਾ ਠਾਕਰ ਸਿੰਘ ਜੀ ਨੇ ਔਰ ਬਾਬਾ ਸਰਬਜੋਤ ਸਿੰਘ ਜੀ ਬੇਦੀ ਨੇ ਹੁਕਮ ਕੀਤਾ ਕਿ ਦਾਸ ਨੂੰ, ਖਾਕਸਾਰ ਨੂੰ, ਕਿ 4 ਦਿਨ ਅਸੀਂ ਇਹਨਾਂ ਦੇ ਬੋਲਾਂ ਤੋਂ ਬਹੁਤ ਖੁਸ਼ ਹਾਂ, ਗੁਰੂ ਦੀ ਕਿਰਪਾ ਹੈ, ਤੋਂ 4 ਦਿਨ ਇਹ ਸਟੇਜ ਦਾ ਸੰਚਾਲਨ ਕਰਨਗੇ। ਮੇਰੇ ਨਾਲ ਉਸਤਾਦ ਜਸਵੰਤ ਸਿੰਘ ਜੀ ਭੰਮਰਾ ਅਤੇ ਸੱਚਖੰਡ ਵਾਸੀ ਸਰਦਾਰ ਜੋਤ ਸਿੰਘ ਜੀ, ਡਿਪਟੀ ਡਾਇਰੈਕਟਰ ਆਲ ਇੰਡੀਆ ਰੇਡੀਓ ਜਲੰਧਰ, ਅਤੇ ਸੱਚਖੰਡ ਵਾਸੀ ਗਿਆਨੀ ਗੁਰਦੇਵ ਸਿੰਘ ਲਲਤੋਂ, ਇਹ ਵੀ ਨਾਲ ਸੇਵਾ ਨਿਭਾਉਂਦੇ ਰਹੇ। ਅਤੇ ਇਸ ਤਰ੍ਹਾਂ ਜੋ 1991 ਵਿੱਚ ਮੈਂ ਜਲਵਾ ਦੇਖਿਆ, 4 ਦਿਨ ਉੱਥੇ ਰਹਿ ਕੇ, ਉਦੋਂ ਕਿਉਂਕਿ ਇਮਾਰਤ ਇੰਨੀ ਨਹੀਂ ਸੀ ਬਣੀ ਹੋਈ, ਇੱਕ ਦੂਧੀਆ ਲੱਗਦਾ ਸੀ ਨਗਰ ਹੀ ਵਸ ਗਿਆ ਲੁਧਿਆਣੇ ਵਿੱਚ। ਟੈਂਟ ਲੱਗੇ ਹੋਏ ਚਿੱਟੇ ਰੰਗ ਦੇ, ਹਰ ਕਿਸਮ ਦਾ, ਤਰ੍ਹਾਂ ਤਰ੍ਹਾਂ ਦਾ ਲੰਗਰ, ਸੰਗਤਾਂ ਦਾ ਉਤਸ਼ਾਹ ਦੇਖਣ ਵਾਲਾ ਸੀ। ਔਰ ਇੰਨਾ ਨਾ ਸਿਰਫ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ, ਬਲਕਿ ਹਿੰਦੁਸਤਾਨ ਦੇ ਬੰਬਈ, ਜਿਹਦਾ ਨਾਮ ਹੁਣ ਮੁੰਬਈ ਹੈ, ਕਲਕੱਤਾ, ਕਾਨਪੁਰ, ਸਾਊਥ ਤੋਂ, ਨਾਰਥ ਤੋਂ, ਈਸਟ ਤੋਂ, ਵੈਸਟ ਤੋਂ, ਸਾਰੇ ਹਿੰਦੁਸਤਾਨ ਤੋਂ ਅਤੇ ਬਾਹਰਲੇ ਦੇਸ਼ਾਂ ਤੋਂ, ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ, ਫਰਾਂਸ, ਜਿੱਥੇ ਤੇ ਵੀ ਸਿੱਖ ਰਹਿੰਦੇ ਨੇ, ਜਿਹੜੇ ਕੀਰਤਨ ਦੇ ਆਸ਼ਿਕ ਸਨ, ਉਹ ਬਾਕਾਇਦਾ ਆਪਣਾ ਖਰਚਾ ਕਰਕੇ ਆਏ। ਅਤੇ ਉਹ ਅਲੌਕਿਕ ਕੀਰਤਨ ਦਰਬਾਰ ਜਿਹੜਾ ਸੀ, ਅਦੁੱਤੀ ਗੁਰਮਤਿ ਸੰਗੀਤ ਸੰਮੇਲਨ, ਇੰਨਾ ਯਾਦਗਾਰੀ ਹੋ ਨਿਬੜਿਆ ਕਿ ਫੈਸਲਾ ਹੋਇਆ ਕਿ ਹਰ ਸਾਲ ਇਹ ਸੰਮੇਲਨ ਹੋਇਆ ਕਰੇਗਾ। ਔਰ 1991 ਵਿੱਚ ਜੋ ਹੋਇਆ ਨਾ, ਜਿਸ ਕਦਰ ਉਸ ਸੰਮੇਲਨ ਦੀ ਮੈਂ ਅਗਰ ਚਾਹਾਂ ਵੀ ਮੈਂ ਮਹਿਮਾ ਨੂੰ ਬਿਆਨ ਕਰ ਸਕਾਂ, ਉਹ ਲਫ਼ਜ਼ਾਂ ਦੀ ਬੰਦਿਸ਼ ਵਿੱਚ ਆਉਣ ਵਾਲੀ ਗੱਲ ਨਹੀਂ। ਉਹ ਇੱਕ ਅਕੱਥ ਕਥਾ ਹੀ ਆਪਣੇ ਆਪ ਵਿੱਚ। ਅਤੇ ਬੀਬੀ ਜੀ ਨੇ ਫਿਰ ਪ੍ਰੇਰਨਾ ਦੇ ਕੇ ਉੱਥੇ ਗੁਰਦੁਆਰੇ ਦਾ ਨਾਂ ਰੱਖਿਆ ਗਿਆ, ਗੁਰਦੁਆਰਾ ਗਿਆਨ ਪ੍ਰਕਾਸ਼ ਚਵੱਦੀ ਕਲਾਂ, ਗੁਰਦੁਆਰਾ ਗੁਰੂ ਗਿਆਨ ਪ੍ਰਕਾਸ਼ ਚਵੱਦੀ ਕਲਾਂ, 6ਵੇਂ ਪਾਤਸ਼ਾਹ ਦੀ ਯਾਦ ਵਿੱਚ। ਅਤੇ ਉਹਨਾਂ ਨੇ ਫਿਰ ਜਿਹੜਾ ਵੱਡਾ ਕਾਰਜ ਕੀਤਾ, ਉਹ ਇੱਕ ਫਾਊਂਡੇਸ਼ਨ ਬਣਾਈ, ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ। ਇਹ ਫਾਊਂਡੇਸ਼ਨ ਬਣੀ, ਸੰਸਥਾ ਬਣੀ, ਜਿਹੜੀ ਬਹੁਤ ਵਿਲੱਖਣ ਕੰਮ ਹੁਣ ਤੱਕ ਕਰ ਰਹੀ ਆ। ਇਹਦਾ ਸਾਰਾ ਜਿਹੜਾ ਕ੍ਰੈਡਿਟ ਹੈ, ਸ਼੍ਰੇਅ ਜਿਹਨੂੰ ਹਿੰਦੀ 'ਚ ਕਹਿੰਦੇ ਆ, ਸਿਹਰਾ, ਇਹ ਬੀਬੀ ਜਸਵੀਰ ਕੌਰ ਜੀ ਨੂੰ ਜਾਂਦਾ ਹੈ, ਜਿਨ੍ਹਾਂ ਦੇ ਨਾਲ ਜਸਵੀਰ ਸਿੰਘ ਜੀ ਹਰ ਵੇਲੇ ਸਾਥੀ ਰਹਿੰਦੇ ਸਨ। ਇਹ ਹੋਰ ਸੰਗਤਾਂ ਵੀ ਸਾਥ ਦਿੰਦੀਆਂ। ਸਾਰੇ ਜਥਿਆਂ ਨੂੰ ਪਰਸਨਲੀ ਵੇਖਣਾ, ਸੰਭਾਲਣਾ, ਇੰਤਜ਼ਾਮਾਤ ਦੇਖਣੇ, ਅੰਤਮ ਦਿਨ ਜਿੱਦਣ ਸਨਮਾਨਿਤ ਕਰਨਾ ਸੀ, ਸਾਰੇ ਸਨਮਾਨ ਸਮਾਗਮ ਦਾ ਜੋ ਸੰਚਾਲਨ ਸੀ ਉਹ ਬੀਬੀ ਜੀ ਕੋਲ ਸੀ, ਕਿ ਸਾਰਿਆਂ ਨੂੰ ਉਚਿਤ ਢੰਗ ਨਾਲ ਸਨਮਾਨਿਤ ਕਰਕੇ ਭੇਜਿਆ ਜਾਵੇ ਤਾਂ ਕਿ ਸਾਰਿਆਂ ਨੂੰ ਉਤਸ਼ਾਹ ਮਿਲੇ। ਕਿੱਥੋਂ ਕਿੱਥੋਂ ਸੰਤਾਂ ਨੇ ਸਜੰਦੇ ਲੱਭੇ, ਹਿੰਦੁਸਤਾਨ ਜਿੱਥੋਂ ਵੀ ਕੋਈ ਸਜੰਦਾ ਲੱਭਿਆ, ਚਾਹੇ ਉਹਨਾਂ ਲੱਭਣ ਵਾਸਤੇ ਉਹਨਾਂ ਨੂੰ ਯੂਪੀ ਜਾਣਾ ਪਿਆ, ਦੱਸ ਪਈ, ਪਰ ਸੰਤ ਆਪ ਉੱਥੇ ਗਏ, ਉਹਨਾਂ ਦੇ ਸਾਥੀ ਗਏ ਨਾਲ, ਭੰਮਰਾ ਸਾਹਿਬ ਗਏ,
दर्शन सिंह संधू गए, होर सज्जण गए, तो ये डॉक्टर गुरनाम सिंह उन्हों का भी पंजाबी यूनिवर्सिटी पटियाला में जिन्हों ने संगीत विभाग शुरू करवाया, वो भी बीबी जसवीर कौर जी का बहुत बड़ा योगदान है कि गुरमत संगीत जोड़ा सी यूनिवर्सिटी लैवल तक गया। और इस वेले बच्चे MA कर रहे हैं गुरमत संगीत की। उत्थे विभाग है पंजाबी यूनिवर्सिटी पटियाला में, सारे कॉलेजों में गुरमत संगीत विभाग है खुले हुए ने, और MA PhD तक दी डिग्रियां करके रागी जथे बहुत तैयार हुए ने जिहड़े हरमंदर साहब सेवा कर रहे हैं और बकायदा नौकरियां कर रहे हैं यूनिवर्सिटियां और कॉलेजों में। ये सारी देन जिहड़ी है इहो जिहियां महान शख्सियत। बीबी जी ने एक बारी मैनूं आख्या सी कि भाई मरदाना जी की जिहड़ी देन है ना, उहनूं सਦੀवी रखण वास्ते बहुत घट यतन किए गए, क्योंकि 58 साल के करीब भाई मरदाना जी ने गुरु नानक सच्चे पातशाह दे नाल सतगुरु नानक देव देवी सब ध्यावे ऐसे महान सतगुरु नाल जगत गुरु नाल रबाब ते संगत की। और गुरु नानक सच्चे पातशाह बहुत प्यार करते सन मरदाने नूं, भाई मरदाना जी नूं। उन्होंने फिर दिल्ली विच भाई मरदाना जी की याद विच संगीत प्रतियोगिता करवाउण दा उपराला शुरू किया। वो अज तक भी उपराला जिहड़ा उन्हां दा शुरू किया होया वो चल रहा। किड्डी शलाघायोग गल है कि भाई मरदाना की याद नूं हमेशा असीं नतमस्तक हुंदे रही। पहला जिक्र कर चुका कि पंजाबी यूनिवर्सिटी पटियाला में डॉक्टर गुरनाम सिंह होरां नाल सलाह करके उद्यम डॉक्टर गुरनाम सिंह होना का सहयोग बीबी जी का और श्रोमणी गुरुद्वारा प्रबंधक कमेटी ने भी पूरा सहयोग दिता। जथेदार अवतार सिंह प्रधान सन उदों श्रोमणी कमेटी के, जिन्हां दे नाल मक्कड़ भी लगदा सी। वैसे वो गोत लाउंदे नहीं सी, पर आम तौर पर जथेदार अवतार सिंह मक्कड़ 11 साल प्रधान रहे। वो भी बीबी जी के बहुत कदरदान सन, जिन्होंने एक बहुत आलीशान अजीम तनजीम उत्थे गुरुद्वारा श्री गुरु सिंह साहब मॉडल टाउन एक्सटेंशन, वो भी धर्म प्रचार का केंद्र है, वो स्थापित किया। वो भी वो प्रधान रहे, उन्हों का भी बड़ा। फिर बीबी जी दे नाल जिहड़ा मेरी होर नेड़ता रही कि 19 साल तो तकरीबन दास श्रोमणी गुरुद्वारा प्रबंधक कमेटी की कीर्तन सब कमेटी सिलैक्शन कमेटी का मैंबर है, जिहड़ी कि पंजाब हरियाणा हिमाचल ते चंडीगढ़ यूटी विच हजूरी रागी जथे इतिहासक गुरुद्वारा साहबान समेत हरमंदर साहब के जिहड़े हजूरी रागी जथे कीर्तन करते हैं उनकी सिलैक्शन करती है। उहदे विच बीबी जी लगातार अपने देहांत तक मेरे नाल मैंबर रहे। असीं इकट्ठे ही भैणां भरावां वांग बैठ के किड्डे किड्डे गुणी जन उन्हां दी संगत करन दा सुभाग प्राप्त होया। सिंह साहब ज्ञानी मल सिंह जी जिहड़े बाद विच जथेदार रहे केसगढ़ साहब दे, उदों हरमंदर साहब दे ग्रंथी सन। फिर डॉक्टर गुरनाम सिंह, फिर लेजेंड शख्सियत पद्मश्री साहित्य अकैडमी अवार्ड जेतू प्रोफैसर करतार सिंह जी सचखंड वासी लुधियाने वाले। फिर अपने दूसरे बीबी जसबीर कौर जी, फिर इस तरह डॉक्टर रूप सिंह सकत्तर उदों सन श्रोमणी कमेटी के, तो भाई निर्मल सिंह खालसा पद्मश्री, इन्हों का बहुत प्यार सी डॉक्टर गुरनाम सिंह नाल और मेरे नाल, ये सारे नाल ही प्यार करते सन। सिखां चों पहले पद्मश्री होने का उन्होंने माण हासिल होया। तो भाई जसवंत सिंह जी श्रोमणी रागी दरबार साहब इत्यादिक इन्हां सारे सज्जणां नाल बैठ के सिलैक्शन करन दा जो। फिर वो बीबी जी के समय ये सी कि वो तो प्रोफैसर करतार सिंह जी वगैरह सारिਆਂ ਦਾ यतन हुंदा सी कि फिर जिहड़ी सिलैक्शन होवे, जिहड़ा बंदा डिजर्व करदा है, चाहे कि किसी की सिफारिश नहीं सन मंनदे, उनकी तीव्र इच्छा हुंदी सी कि कल नूं लोकां ने सुनना है, कीर्तन सुनना है। सुरीले कीर्तनीय और राग दे जानकार जाणू कीर्तनीय जिहड़े ने राग विद्या विच प्रवीण ओहो ही भर्ती किए जाण, ये इस गल नूं यकीनी बनाउंदे सन। वो महारथी जिन्हां दा मैं हुण नां ले रहा, जिन्हां विचों प्रोफैसर करतार सिंह जी पद्मश्री साडे दरम्यान नहीं, पद्मश्री भाई निर्मल सिंह जी भी विछोड़ा दे गए और बीबी जसबीर कौर जी भी अज साडे दरम्यान नहीं गए। हुण नवे मैंबर ने
खैर दास हाले भी उस कमेटी का मैंबर है। 19 साल तो ये सेवा दास के हिस्से आई है। जसबीर कौर जी खालसा लुधियाने वाले अपने आप में एक पूरी संस्था सन। वो सिर्फ शख्सियत नहीं सी, अपने आप में एक संस्था सन। बड़िया तंजीमां के मैंबर सन। चेयरमैन सन वो गुरुद्वारा गुरग्यान प्रकाश फाउंडेशन जवद्दी के चेयरमैन वजों उन्होंने सेवावां निभाई। पंजाबी यूनिवर्सिटी पटियाला की सैनेट जिहड़ी हुंदी है प्रबंधकी ढांचा ਉਹਦੇ ਉਹ बहुत लंबा समा मैंबर रहे और बड़े वधिया कार्य किए। इशमीत सिंह जिहड़ा पूरे हिंदुस्तान में जिन्हें सिखां का नाम रोशन किया और इंडियन आइडल का विनर बनया, पर बदकिस्मती नाल कौम दे कोलों हीरा खुस गया। बहुत अफसोस की गल है। ਉਹਦੀ याद ਲਈ एक मुश्किल तंजीम बनाई गई और बीबी जी उन्होंने तंजीम में शुरू करने वाले में सन। ਉਹਦੇ ਉਹ रूहे रवां सन। अपने अंतिम स्वासा तक वो सेवा निभाते रहे। 1975 में वो अमरीका गए। उत्थे जिन्होंने हज़ारां अमरीकनों को सिंह बनाया और जदों उन्होंने सिंघां दे अमरीकन सिंघां दे दर्शन करीदे है तो लोग झुक झुक के नमस्कार करते हैं। चिट्टे बाणे पाए हुए संत सिपाही का रूप ने योगी हरभजन सिंह जी उन्हों दे कोल गए, उन्होंने सदे ते उत्थे रहे कई साल ते उन्हों दे नाल मिल के प्रचार किया ते योगी हरभजन सिंह दे नाल उन्होंने काम किया। 4 साल का समा वो अमरीका में रहे ते गुरमत संगीत के प्रचार ते प्रसार लिए उन्होंने उत्थे भी यतन जिहड़े सी वो निगर रूप 1991 तो लैके 2001 तक उन्होंने जिहड़े सोविरन सी गुरमत संगीत सम्मेलन के उन्हों की बहुत वड्डी देन है। वो प्रकाशित करवाए जिन्हों के जिहड़े लेख शामिल ने पढ़ने वाले ने बहुत कुछ सीखा जा सकता उन्होंने तो। एक उन्होंने प्रकाशना करवाई गुरमत संगीत पद्धति ग्रंथ, ये भी बहुत काबिल जिक्र। फिर जदों पहला गुरमत संगीत सम्मेलन होया दुत्ती ਉਹਦੇ ਵਿੱਚ ਰਾਗਾਂ ਦਾ ਸਰੂਪ ਨਿਰਧਾਰਿਤ ਕਰਨਾ ਸੀ ਕਿ ਰਾਗਾਂ ਦੀ ਜਿਹੜੀ ਡੈਫੀਨੇਸ਼ਨ ਕੀ ਹੈ, ਸਰੂਪ ਕੀ ਹੈ। ਉਹਦੇ ਲਈ ਰਾਗ ਨਿਰਣਾਇਕ ਕਮੇਟੀ ਬਣਾਈ ਗਈ ਜਿਹਦੇ ਵਿੱਚ ਬੜੇ ਬੜੇ ਮਾਹਰ ਸ਼ਾਮਿਲ ਕੀਤੇ ਗਏ। ਉਹ ਸਾਰੇ ਬੀਬੀ ਜੀ ਦੀ ਸਲਾਹ ਨਾਲ ਕੀਤੇ ਗਏ ਔਰ ਹਰ ਸਾਲ ਉਹਨਾਂ ਨੇ ਵੀ ਫੈਸਲਾ ਕਰਵਾਇਆ ਕਿ ਇੱਕ ਰਾਗੀ ਨੂੰ, ਉੱਚ ਕੋਟੀ ਦੇ ਰਾਗੀ ਨੂੰ ਗੁਰਮਤ ਸੰਗੀਤ ਅਵਾਰਡ ਦੇ ਨਾਲ ਨਵਾਜ਼ਿਆ ਜਾਵੇਗਾ। ਹੁਣ ਤੱਕ ਕਾਫੀ ਜਥਿਆਂ ਨੂੰ ਅਵਾਰਡ ਪ੍ਰਾਪਤ ਹੋ ਚੁੱਕਾ ਹੈ। ਫਿਰ ਉਹਨਾਂ ਨੇ ਇੱਕ ਤਨਜ਼ੀਮ ਬਣਾਈ ਸੁਖ ਸਾਗਰ ਚੈਰੀਟੇਬਲ ਟਰਸਟ। ਅਜਿਹੀ ਸ਼ਖਸੀਅਤ ਨੂੰ ਅਵਾਰਡ ਸਨਮਾਨਤਾ ਬਹੁਤ ਮਿਲਦੇ। ਭਾਸ਼ਾ ਵਿਭਾਗ ਵੱਲੋਂ ਪੰਜਾਬ ਭਾਸ਼ਾ ਵਿਭਾਗ ਵੱਲੋਂ ਸੰਤ ਤੇਜਾ ਸਿੰਘ ਮਸਤੂਆਣਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਉਹਨਾਂ ਨੂੰ ਵਿਸ਼ੇਸ਼ ਅਵਾਰਡ ਦਿੱਤਾ ਗਿਆ। ਗੁਰੂ ਰਾਮਦਾਸ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਉਹਨਾਂ ਨੂੰ 51,000 ਰੁਪਏ ਦੀ ਰਾਸ਼ੀ ਮੋਮੈਂਟੋ ਔਰ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 300 ਸਾਲਾ ਸੰਪੂਰਨਤਾ ਸ਼ਤਾਬਦੀ ਦੇ ਮੌਕੇ ਤੇ ਉਹਨਾਂ ਨੂੰ ਗੋਲਡ ਮੈਡਲ, ਇਸ ਤੋਂ ਇਲਾਵਾ ਅਨੇਕ ਅਵਾਰਡ ਉਹਨਾਂ ਦੀ ਝੋਲੀ ਪਏ। ਅਵਾਰਡਾਂ ਦੇ ਉਹਨਾਂ ਨੇ ਵਿਸ਼ੇਸ਼ ਉਦਮ ਕਰਕੇ ਬਸੰਤ ਪੰਚਮੀ ਦੇ ਮੌਕੇ ਤੇ शुभ दिहाड़े ते गुरुद्वारा दूर साहब पटियाला, गुरुद्वारा दूर साहब पटियाला जिहड़ा उत्थे बसंत राग दे गायन वाला कीर्तन दरबार आरंभ करवाया और मैं ते बीबी जी उस दिन इकट्ठे ही सी। ये गल है 10 फरवरी 2011 की। उत्थे अनाउंसमेंट करके मैं आया। उत्थे प्रधान साहब भी बैठे सन दफ्तर में, मक्कड़ साहब ते बीबी जी भी बैठे सन। कुछ समा उन्होंने कीर्तन सरवण किया पर तकदीर नूं कुछ होर मंजूर सी। वो साडा आखिरी मेल सी। वो कहंदे मेरी तबीयत कुछ ढिली है पर चढ़दी कला विच रहे। फिर वो चले गए, उन्होंने साह की थोड़ी तकलीफ सी। फिर वो लुधियाने चले गए और दूसरे दिन बड़ी दुखदाई खबर मिली कि अजिही महान बेजोड़ पंथक शख्सियत हमेशा लई सिद्धी विछोड़ा दे गई है। कौम 'च वड्डा खला पैदा हो गया। उन्हों की अंतिम अरदास के मौके से पंथ दीयां सारियां हस्तियां, बहुत वड्डियां हस्तियां जिहड़ियां सी नामचीन सारियां संप्रदावां, बहुत विशाल इकट्ठ होया। उन्होंने श्रद्धांजलि भेंट की गई। उन्हों दे नाल जिहड़े दूसरे साथी सेवा निभाउंदे रहे ने भाई जसवीर सिंह जवद्दी कलां, उन्हों का थोड़ा जिहा जिक्र कर लईए क्योंकि उम्र तो उन्हों की हाले छोटी है। वो बहुत वधिया सेवा कर रहे हैं। वो उदों तो ही नाल जुड़े हुए हैं। देखो
ਜਿਹੜਾ ਧਰੂ ਭਗਤ ਵਾਂਗ ਉਦੋਂ ਤੋਂ ਉਹਨਾਂ ਨੂੰ ਲੱਗਣ ਲੱਗੀ ਹੋਈ ਆ। ਇਹਨਾਂ ਦਾ ਜਨਮ 11 ਨਵੰਬਰ 1967 ਨੂੰ ਲੁਧਿਆਣਾ ਵਿੱਚ ਪਿਤਾ ਸਰਦਾਰ ਰਣਜੀਤ ਸਿੰਘ ਤੇ ਮਾਤਾ ਗੁਰਚਰਨ ਕੌਰ ਦੀ ਸੁਲੱਖਣੀ ਕੁੱਖੋਂ ਹੋਇਆ। ਮਾਂ ਨੇ ਗੁਰਬਾਣੀ ਦੀਆਂ ਲੋਰੀਆਂ ਦੇ ਕੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ। ਫਿਰ ਸਕੂਲੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਇਹਨਾਂ ਨੂੰ ਸਾਥ ਮਿਲ ਗਿਆ ਇੱਕ ਮਹਾਨ ਸ਼ਖਸੀਅਤ ਬੀਬੀ ਜਸਬੀਰ ਕੌਰ ਜੀ ਖਾਲਸਾ ਲੁਧਿਆਣੇ ਵਾਲਿਆਂ ਦਾ। ਉਹਨਾਂ ਦੇ ਨਾਲ ਫਿਰ ਇਹਨਾਂ ਨੇ ਜਵੱਦੀ ਦਾ ਜੋ ਪਹਿਲਾ ਗੁਰਮਤਿ ਸੰਗੀਤ ਸੰਮੇਲਨ 1991 ਵਿੱਚ ਹੋਇਆ, ਅਦੁੱਤੀ ਗੁਰਮਤਿ ਸੰਗੀਤ ਸੰਮੇਲਨ, ਉਹਦੇ ਵਿੱਚ ਜੋ ਸੇਵਾ ਨਿਭਾਈ ਉਹ ਦਾਸ ਨੇ ਅੱਖੀਂ ਵੇਖੀ, ਕਿਉਂਕਿ ਮੈਂ ਚਾਰੇ ਦਿਨ ਉੱਥੇ ਸਟੇਜ ਸੰਚਾਲਕ ਸੀ। ਇਹ ਨਾਲ ਹੀ ਸਨ 1985 ਤੋਂ ਲੈ ਕੇ ਤੇ 2002 ਤੱਕ ਜਵੱਦੀ ਟਕਸਾਲ ਦੇ ਮੈਨੇਜਰ ਵਜੋਂ ਵੀ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਰਹੇ। ਤੇ ਬੀਬੀ ਜਸਬੀਰ ਕੌਰ ਜੀ ਦੇ 2011 ਵਿੱਚ ਅਕਾਲ ਚਲਾਣੇ ਤੋਂ ਬਾਅਦ ਇਹਨਾਂ ਦੀ ਫਿਰ ਪ੍ਰਤਿਭਾ ਨੂੰ ਪਛਾਣਦੇ ਹੋਏ ਡਾਕਟਰ ਗੁਰਨਾਮ ਸਿੰਘ ਇਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਲੈ ਗਏ, ਤੇ ਜਿੱਥੇ ਕਿ ਇਹ ਗੁਰਮਤਿ ਸੰਗੀਤ ਵਿਭਾਗ ਵਿੱਚ ਇਸ ਵੇਲੇ ਮੁਲਾਜ਼ਮਤ ਕਰ ਰਹੇ ਨੇ ਔਰ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਕੇ ਆਪਣੇ ਮਿਸ਼ਨ ਨੂੰ ਪੂਰਾ ਕਰਨ ਵੱਲ ਅੱਗੇ ਵਧ ਰਹੇ ਨੇ। ਅਰਦਾਸ ਕਰਦੇ ਹਾਂ ਕਿ ਸਤਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਜਸਬੀਰ ਸਿੰਘ ਨੌਜਵਾਨ ਜਵੱਦੀ ਕਲਾ ਜਿਹਨਾਂ ਦੇ ਨਾਲ ਜੁੜਦਾ ਹੈ ਉਹ ਪੂਰੀ ਦ੍ਰਿੜਤਾ ਨਾਲ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਨਵੀਆਂ ਪੈੜਾਂ ਪਾਉਣ ਦੇ ਸਮਰੱਥ ਹੋ ਸਕਣ। ਅਜਿਹੀ ਸਾਨੂੰ ਆਸ ਹੈ ਤੇ ਸਾਡੀ ਅਰਦਾਸ ਵੀ ਹੈ। 1986 ਤੋਂ ਲੈ ਕੇ 2002 ਤੱਕ ਜਵੱਦੀ ਟਕਸਾਲ ਦੇ ਮੈਨੇਜਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਔਰ ਬਿਲਕੁਲ ਇਮਾਨਦਾਰੀ ਨਾਲ ਕੰਮ ਕੀਤਾ। ਉਸ ਤੋਂ ਬਾਅਦ ਬੀਬੀ ਜੀ ਦੇ ਦੇਹਾਂਤ ਤੋਂ ਬਾਅਦ ਇਹ ਫਿਰ ਥੋੜ੍ਹਾ ਜਿਹਾ ਉਪਰਾਮ ਰਹਿਣ ਲੱਗ ਪਏ। ਫਿਰ ਇਹਨਾਂ ਨੂੰ ਡਾਕਟਰ ਗੁਰਨਾਮ ਸਿੰਘ ਜੀ ਦੀ ਪਾਰਖੂ ਅੱਖ ਨੇ ਪਛਾਣਿਆ ਔਰ ਇਹਨਾਂ ਨੂੰ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੇ ਨਾਲ ਲੈ ਗਏ, ਜਿੱਥੇ ਕਿ ਗੁਰਮਤਿ ਸੰਗੀਤ ਵਿਭਾਗ ਵਿੱਚ ਇਸ ਵੇਲੇ ਇਹ ਕੰਮ ਕਰ ਰਹੇ ਨੇ। ਡਾਕਟਰ ਗੁਰਨਾਮ ਸਿੰਘ ਦੇ ਸੇਵਾਮੁਕਤ ਹੋਣ ਤੋਂ ਬਾਅਦ ਔਰ ਅਮਰੀਕਾ ਜਾ ਵਸਣ ਤੋਂ ਬਾਅਦ ਸਿੱਖ ਕੌਮ ਦੇ ਬੜੇ ਵਿਦਵਾਨ ਕੀਰਤਨੀਏ ਔਰ ਪ੍ਰਸਿੱਧ ਕਲਾਸੀਕਲ ਮਾਹਿਰ ਡਾਕਟਰ ਅਲੰਕਾਰ ਸਿੰਘ ਨੇ ਇਹਨਾਂ ਦੀ ਪ੍ਰਤਿਭਾ ਨੂੰ ਪਛਾਣਿਆ। ਇਸ ਵੇਲੇ ਇਹ ਉਹਨਾਂ ਦੇ ਨਾਲ ਉਹਨਾਂ ਦੇ ਅਸਿਸਟੈਂਟ ਵਜੋਂ ਐਸੋਸੀਏਟ ਵਜੋਂ ਕੰਮ ਕਰ ਰਹੇ ਨੇ। ਸਤਿਗੁਰੂ ਕਿਰਪਾ ਕਰੇ ਜਸਬੀਰ ਸਿੰਘ ਜਵੱਦੀ ਕਲਾ ਵਾਲਿਆਂ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਉਹ ਬੀਬੀ ਜੀ ਦੇ ਪਾਏ ਪੂਰਨਿਆਂ 'ਤੇ ਚੱਲਦੇ ਹੋਏ ਗੁਰਮਤਿ ਸੰਗੀਤ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣ ਤੇ ਉਹਨਾਂ ਤੋਂ ਜੋ ਸਿੱਖਿਆ ਉਹਨੂੰ ਕਿਰਿਆਤਮਕ ਰੂਪ ਦੇਣ ਲਈ, ਅਮਲੀ ਰੂਪ ਦੇਣ ਲਈ ਹਮੇਸ਼ਾ ਹੀ ਚੜ੍ਹਦੀ ਕਲਾ ਨਾਲ ਤਤਪਰ ਰਹਿਣ। ਐਸੀ ਕਾਮਨਾ ਕਰਦੇ ਹੋਏ ਅਸੀਂ ਇਸ ਐਪੀਸੋਡ ਨੂੰ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਚਾਹੁੰਦੇ ਹਾਂ। ਆਗਿਆ ਦਿਓ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।